ਪਿਆਰੇ ਦਰਸ਼ਕੋ, ਪ੍ਰਭੂ ਯਿਸੂ ਮਸੀਹ ਜੀ ਦੇ ਸਾਮਰਥੀ ਨਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਸਵਾਗਤ ਹੈ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਆਤਮਿਕ ਯੁੱਧ ਦੇ ਵਿਸ਼ੇ ਉੱਤੇ ਲੜੀਵਾਰ ਅਧਿਐਨ ਕਰਦੇ ਆ ਰਹੇ ਹਾਂ। ਵਚਨ ਦੀ ਇਹ ਸਿੱਖਿਆ ਅਸੀਂ ਪਰਮੇਸ਼ਵਰ ਦੇ ਸੇਵਕ ਡਾਕਟਰ ਡੇਵਿਡ ਯਰਮਾਇਆ ਦੇ ਕੋਲੋਂ ਲੈ ਰਹੇ ਹਾਂ, ਜਿਨ੍ਹਾਂ ਨੂੰ ਪਰਮੇਸ਼ਵਰ ਦੇ ਵਚਨ ਦੀ ਸੇਵਾ ਦੇਣ ਦਾ ਬਹੁਤ ਵੱਡਾ ਅਨੁਭਵ ਹੈ। ਅਸੀਂ ਆਤਮਿਕ ਯੁੱਧ ਦੇ ਵਿਸ਼ੇ ਦੇ ਅਧੀਨ ਪਰਮੇਸ਼ਵਰ ਦੇ ਸ਼ਸਤਰਾਂ ਬਸਤਰਾਂ ਦੇ ਬਾਰੇ ਗੌਰ ਕਰ ਰਹੇ ਸੀ। ਹੁਣ ਤੱਕ ਅਸੀਂ ਮੁਕਤੀ ਦੇ ਟੋਪ ਤੱਕ ਦਾ ਅਧਿਐਨ ਕੀਤਾ। ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਪਰਮੇਸ਼ਵਰ ਦੁਆਰਾ ਉਪਲਬਧ ਆਤਮਾ ਦੀ ਤਲਵਾਰ ਬਾਰੇ ਆਪਣੇ ਅਧਿਐਨ ਨੂੰ ਸ਼ੁਰੂ ਕੀਤਾ ਸੀ। ਉਸ ਦੇ ਵਿੱਚ ਅਸੀਂ ਬਹੁਤ ਸਾਰੇ ਉਦਾਹਰਣਾਂ ਨੂੰ ਵੇਖਿਆ ਸੀ। ਅਸੀਂ ਮੱਤੀ ਦੀ ਅੰਜੀਲ ਦੇ 4 ਅਧਿਆਇ ਦੇ ਵਿੱਚੋਂ ਵੇਖਿਆ ਕਿ ਪ੍ਰਭੂ ਯਿਸੂ ਜੀ ਨੇ ਵੀ ਸ਼ੈਤਾਨ ਦੇ ਨਾਲ ਯੁੱਧ ਕੀਤਾ। ਪ੍ਰਭੂ ਯਿਸੂ ਜੀ ਇਸ ਯੁੱਧ ਵਿੱਚ ਪੂਰੀ ਤਰ੍ਹਾਂ ਵਿਜয়ੀ ਹੋਏ, ਕਿਉਂਕਿ ਉਹਨਾਂ ਨੇ ਆਤਮਾ ਦੀ ਤਲਵਾਰ, ਜੋ ਕਿ ਪਰਮੇਸ਼ਰ ਦਾ ਵਚਨ ਹੈ, ਦਾ ਇਸਤੇਮਾਲ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਤਮਾ ਦੀ ਤਲਵਾਰ ਦੇ ਉੱਤੇ ਹੀ ਆਪਣੇ ਅਧਿਐਨ ਨੂੰ ਜਾਰੀ ਰੱਖਾਂਗੇ। ਅਸੀਂ ਵੇਖਾਂਗੇ ਕਿ ਜਦੋਂ ਸ਼ੈਤਾਨ ਨੇ ਪ੍ਰਭੂ ਯਿਸੂ ਮਸੀਹ ਜੀ ਦਾ ਪਰਤਾਵਾ ਕੀਤਾ ਤਾਂ ਪ੍ਰਭੂ ਯਿਸੂ ਜੀ ਨੇ ਕਿਵੇਂ ਆਤਮਾ ਦੀ ਤਲਵਾਰ ਦਾ ਇਸਤੇਮਾਲ ਕੀਤਾ ਅਤੇ ਸ਼ੈਤਾਨ ਨੂੰ ਹਰਾਇਆ। ਤਾਂ ਫਿਰ ਦੋਸਤੋ, ਦੇਰ ਕਿਸ ਗੱਲ ਦੀ, ਆਓ ਛੇਤੀ ਦੇ ਨਾਲ ਆਪਣੇ ਅਧਿਐਨ ਨੂੰ ਸ਼ੁਰੂ ਕਰਦੇ ਹਾਂ ਪਰਮੇਸ਼ਰ ਦੇ ਦਾਸ ਡਾਕਟਰ ਡੇਵਿਡ ਯਰਮਾਇਆ ਦੇ ਨਾਲ। ਕਦੇ ਵੀ ਸਮੁੱਚੇ ਨਵੇਂ ਨੇਮ ਵਿੱਚ ਯਿਸੂ ਨੇ ਕੋਈ ਵੀ ਚਮਤਕਾਰ ਖੁਦ ਆਪਣੇ ਵਾਸਤੇ ਨਹੀਂ ਸੀ ਕੀਤਾ। ਉਸ ਨੇ ਆਖਿਆ ਸੀ, ਮੈਂ ਟਹਿਲ ਕਰਾਉਣ ਲਈ ਨਹੀਂ ਪਰੰਤੂ ਟਹਿਲ ਕਰਨ ਲਈ ਆਇਆ ਅਤੇ ਦੂਸਰਿਆਂ ਦੇ ਛੁਟਕਾਰੇ ਦਾ ਮੁੱਲ ਪਾਉਣ ਲਈ ਆਪਣੀ ਜਾਨ ਦੇਣ ਆਇਆ ਹਾਂ। ਉਸ ਦੇ ਜੀਵਨ ਦਾ ਸਮੁੱਚਾ ਉਦੇਸ਼ ਦੂਸਰੇ ਲੋਕ ਸਨ। ਉਸ ਨੇ ਕਦੇ ਵੀ ਕੋਈ ਚਮਤਕਾਰ ਆਪਣੇ ਆਪ ਲਈ ਨਹੀਂ ਸੀ ਕੀਤਾ। ਸ਼ੈਤਾਨ ਉਸ ਤੋਂ ਠੀਕ ਉਹੀ ਹੀ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਭਰਮਾਏ ਜਾਣ ਦੀ ਘੜੀ ਵਿੱਚ ਯਿਸੂ ਨੇ ਆਪਣੇ ਹੱਥ ਤਲਵਾਰਾਂ ਦੇ ਮਿਆਨ ਵੱਲ ਵਧਾਇਆ ਅਤੇ ਇੱਕ ਤਲਵਾਰ ਤੁਈ। ਹੁਣ ਗੌਰ ਕਰੋ, ਪਰ ਉਸ ਨੇ ਉੱਤਰ ਦਿੰਦਿਆਂ ਕਿਹਾ, ਲਿਖਿਆ ਹੈ, ਭਾਈ ਇਨਸਾਨ ਨਿਰਾ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਪਰ ਹਰ ਉਸ ਵਾਕ ਨਾਲ ਜਿਹੜਾ ਪਰਮੇਸ਼ਰ ਦੇ ਮੁਖੋਂ ਨਿਕਲਦਾ ਹੈ। ਜੋ ਯਿਸੂ ਨੇ ਆਖਿਆ ਉਹ ਇਹ ਸੀ, ਸ਼ੈਤਾਨ ਇਹ ਸੁਣ ਲੈ, ਪਰਮੇਸ਼ਰ ਲੋਕਾਂ ਨੂੰ ਜਿਉਂਦਾ ਰੱਖਦਾ ਹੈ, ਰੋਟੀ ਨੂੰ ਨਹੀਂ। ਤੂੰ ਕਿਵੇਂ ਸੋਚਦਾ ਹੈ ਕਿ ਰੋਟੀ ਪਹਿਲੇ ਸਥਾਨ ਉੱਤੇ ਹੈ? ਪਰਮੇਸ਼ਰ ਹੀ ਹੈ ਜੋ ਇਸ ਲਈ ਜ਼ਿੰਮੇਵਾਰ ਹੈ। ਉਹ ਮੈਨੂੰ ਖਵਾ ਸਕਦਾ ਹੈ ਅਤੇ ਇਹ ਕਰਨ ਲਈ ਉਸ ਨੂੰ ਰੋਟੀ ਦੀ ਜ਼ਰੂਰਤ ਨਹੀਂ ਹੈ। ਅਤੇ ਫਿਰ ਗੌਰ ਕਰੋ, ਉਸ ਦੇ ਉੱਤਰ ਵਿੱਚ ਮੁੱਖ ਸ਼ਬਦ ਬਾਈਬਲ ਬਾਣੀ ਵਿੱਚ ਨਹੀਂ, ਮਨੁੱਖ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ। ਦੂਸਰੇ ਸ਼ਬਦਾਂ ਵਿੱਚ ਪਰਮੇਸ਼ਰ ਦੀ ਇੱਛਾ ਤੋਂ ਬਿਨਾਂ ਇਨਸਾਨ ਜਿਉਂਦਾ ਨਹੀਂ ਰਹੇਗਾ। ਉਸ ਨੂੰ ਪਰਮੇਸ਼ਰ ਉੱਤੇ ਨਿਰਭਰ ਰਹਿਣਾ ਪੈਣਾ ਹੈ। ਯਿਸੂ ਸ਼ੈਤਾਨ ਨੂੰ ਦੱਸ ਰਿਹਾ ਸੀ, ਮੈਂ ਆਪਣੇ ਪਿਤਾ ਤੋਂ ਦੂਰ ਕੁਝ ਵੀ ਨਹੀਂ ਕਰ ਸਕਾਂਗਾ। ਜੇ ਤੂੰ ਮੈਨੂੰ ਕਰਨ ਲਈ ਆਖਿਆ ਹੈ, ਉਹ ਮੈਂ ਨਹੀਂ ਕਰਾਂਗਾ, ਕਿਉਂਕਿ ਬਾਈਬਲ ਆਖਦੀ ਹੈ ਕਿ ਮੈਨੂੰ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਚੱਲਣਾ ਪੈਣਾ ਹੈ ਅਤੇ ਜੋ ਕੁਝ ਤੂੰ ਮੈਨੂੰ ਕਰਨ ਨੂੰ ਆਖਿਆ ਹੈ, ਇਹ ਪਰਮੇਸ਼ਰ ਦੀ ਇੱਛਾ ਨਹੀਂ ਹੈ। ਅਤੇ ਉਸ ਨੇ ਸ਼ੈਤਾਨ ਨੂੰ ਇੱਕ ਤਲਵਾਰ ਨੂੰ ਭੇਜਿਆ। ਦੂਸਰੇ ਪ੍ਰਤਾਵੇ ਉੱਤੇ ਗੌਰ ਕਰੋ, ਜੋ ਨੇਤਰਾਂ ਦੀ ਕਾਮਨਾ ਨਾਲ ਜੁੜਿਆ ਪ੍ਰਤਿਆਵਾ ਹੈ। ਫਿਰ ਸ਼ੈਤਾਨ ਉਹਨੂੰ ਪਵਿੱਤਰ ਸ਼ਹਿਰ ਵਿੱਚ ਨਾਲ ਲੈ ਗਿਆ ਅਤੇ ਹੈਕਲ ਦੇ ਕਿੰਗਰੇ ਉੱਤੇ ਖੜਾ ਕਰਕੇ ਉਹਨੂੰ ਕਿਹਾ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਹੇਠਾਂ ਟੇਕ ਦੇ, ਕਿਉਂ ਜੋ ਲਿਖਿਆ ਹੈ ਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ ਅਤੇ ਪੱਥਰਾਂ ਨਾਲ ਤੇਰੇ ਪੈਰਾਂ ਨੂੰ ਸੱਟ ਲੱਗੇ। ਹੁਣ ਇਹ ਦੂਸਰਾ ਪ੍ਰਤਿਆਵਾ ਕਿੰਦਰੋਨ ਦੀ ਵਾਦੀ ਤੋਂ 450 ਫੁੱਟ ਉੱਤੇ ਸਥਾਨ ਵਿਖੇ ਹੋਇਆ ਸੀ, ਜੋ ਹੈਕਲ ਦੀ ਸਤਰ ਤੋਂ ਬਹੁਤ ਹੀ ਉੱਚਾ ਸੀ। ਯਿਸੂ ਕਿੰਗਰੇ ਦੇ ਉੱਤੇ ਖੜਾ ਹੈ, ਪੌਪ ਸ਼ੈਤਾਨ ਦੇ ਨਾਲ ਹੈਕਲ ਦੀ ਦੀਵਾਰ ਉੱਤੇ। ਇਤਿਹਾਸਕਾਰ ਆਖਦਾ ਕਿ ਇਹ ਇੰਨਾ ਜ਼ਿਆਦਾ ਉੱਚਾ ਹੈ ਕਿ ਜੇਕਰ ਆਪ ਇਸ ਦੇ ਉੱਤੇ ਖੜੇ ਹੋ ਕੇ ਹੇਠਾਂ ਤੱਕੋ ਤਦ ਆਪ ਦਾ ਸਿਰ ਚਕਰਾ ਜਾਵੇਗਾ। ਇਸ ਪ੍ਰਤਿਆਵੇ ਵਿੱਚ ਹੈਕਲ ਅਤੇ ਪਵਿੱਤਰ ਸ਼ਹਿਰ ਦਾ ਜ਼ਿਕਰ ਕਰਨਾ ਬਹੁਤ ਮਹੱਤਵਪੂਰਨ ਹੈ। ਯਹੂਦੀਆਂ ਦੇ ਧਰਮ ਸ਼ਾਸਤਰੀਆਂ ਦੀ ਪ੍ਰਥਾ ਦੇ ਅਨੁਸਾਰ ਮਸੀਹ ਦਾ ਆਉਣਾ ਉਸ ਦੇ ਹੈਕਲ ਦੀ ਛੱਤ ਉੱਤੇ ਪ੍ਰਗਟ ਹੋਣ ਦੁਆਰਾ ਹੀ ਜਾਣਿਆ ਜਾਵੇ ਸੀ। ਯਹੂਦੀ ਲੋਕ ਇਹ ਵਿਸ਼ਵਾਸ ਕਰਦੇ ਸਨ ਕਿ ਜਦੋਂ ਮਸੀਹ ਉਹਨਾਂ ਨੂੰ ਗੁਲਾਮੀ ਤੋਂ ਛੁਡਾਉਣ ਲਈ ਆਵੇਗਾ, ਤਦ ਉਹ ਹੈਕਲ ਦੀ ਛੱਤ ਉੱਤੇ ਉਤਰੇਗਾ। ਕਿਸੇ ਨੇ ਯਿਸੂ ਮਸੀਹ ਦੇ ਸਮੇਂ ਅਤੇ ਜੀਵਨ ਬਾਰੇ ਇੱਕ ਕਿਤਾਬ ਲਿਖੀ ਸੀ। ਉਹ ਇਸ ਤਰ੍ਹਾਂ ਆਖਦਾ ਹੈ, ਸਾਡੇ ਰੱਬੀ ਧਰਮ ਸ਼ਾਸਤਰੀ ਇਹ ਪ੍ਰਥਾ ਦੱਸਦੇ ਹਨ, ਉਸ ਘੜੀ ਜਦੋਂ ਰਾਜਾ ਮਸੀਹ ਆਵੇਗਾ ਤਦ ਉਹ ਹੈਕਲ ਦੀ ਛੱਤ ਉੱਤੇ ਖੜਾ ਹੋਵੇਗਾ। ਜੇਕਰ ਯਿਸੂ ਹੈਕਲ ਦੇ ਕਿੰਗਰੇ ਤੋਂ ਹੇਠਾਂ ਡਿੱਗ ਜਾਂਦਾ ਅਤੇ ਹੈਕਲ ਦੇ ਫਰਸ਼ ਉੱਤੇ
ਬਿਨਾਂ ਸੱਟ ਲੱਗਿਆਂ ਆ ਡਿੱਗਦਾ, ਤਦ ਉਹ ਸੱਚਮੁੱਚ ਜ਼ਿਆਦਾਤਰ ਯਹੂਦੀ ਲੋਕ ਦੁਆਰਾ ਮਸੀਹ ਵਜੋਂ ਪਛਾਣਿਆ ਜਾਣਾ ਸੀ। ਦੂਸਰੇ ਸ਼ਬਦਾਂ ਵਿੱਚ ਸ਼ੈਤਾਨ ਆਖ ਰਿਹਾ ਸੀ, ਜੇਕਰ ਤੂੰ ਖੁਦ ਕੋਈ ਅਚੰਭਾ ਨਾ ਕਰੇ ਤਦ ਪਰਮੇਸ਼ਰ ਨੂੰ ਤੇਰੇ ਵਾਸਤੇ ਕੋਈ ਚਮਤਕਾਰ ਕਰਨ ਦੇ। ਤੂੰ ਬਸ ਹੇਠਾਂ ਡੇਗ ਦੇ ਅਤੇ ਪਰਮੇਸ਼ਰ ਨੇ ਤੈਨੂੰ ਉਠਾਉਣ ਦੇ, ਤਾਂ ਕਿ ਉਹ ਤੈਨੂੰ ਹੇਠਾਂ ਡਿੱਗਦੇ ਨੂੰ ਬਚਾਵੇ। ਸ਼ੈਤਾਨ ਨੇ ਦੂਸਰੇ ਪ੍ਰਤਿਆਵੇ ਦਾ ਇਸਤੇਮਾਲ ਪਹਿਲੇ ਪ੍ਰਤਿਆਵੇ ਵਿੱਚ ਆਈ ਸਮੱਸਿਆ ਨੂੰ ਖਤਮ ਕਰਨ ਲਈ ਕੀਤਾ ਸੀ। ਜੇਕਰ ਮਸੀਹ ਪਿਤਾ ਤੋਂ ਅੱਡ ਹੋ ਕੇ ਕੋਈ ਅਚੰਭਾ ਨਹੀਂ ਕਰ ਸਕਦਾ, ਤਦ ਉਸ ਦੇ ਪਿਤਾ ਨੂੰ ਉਸ ਲਈ ਕੋਈ ਵੀ ਅਚੰਭਾ ਕਰ ਦੇ। ਠੀਕ ਇਹੋ ਹੀ ਹੈ ਉਹ ਆਖ ਰਿਹਾ ਸੀ। ਜੀ ਹਾਂ, ਉਹ ਬਹੁਤ ਚਾਤੁਰ ਪਰਮਾਉਣ ਵਾਲਾ ਹੈ। ਪਹਿਲੇ ਪ੍ਰਤਿਆਵੇ ਵਿੱਚ ਸ਼ੈਤਾਨ ਮਸੀਹ ਤੋਂ ਉਸ ਦੇ ਪਿਤਾ ਤੋਂ ਅੱਡ ਹੋ ਕੇ ਖੁਦ ਹੀ ਕੁਝ ਕਰਾਉਣ ਲਈ ਕੋਸ਼ਿਸ਼ ਕਰ ਰਿਹਾ ਸੀ, ਆਪਣੀ ਖੁਦ ਦੀ ਰੋਟੀ ਬਣਾਉਣ ਦੀ। ਦੂਸਰੇ ਪ੍ਰਤਿਆਵੇ ਵਿੱਚ ਉਹ ਮਸੀਹ ਨੂੰ ਉਸ ਤੋਂ ਵੱਧ ਭਰੋਸਾ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿੰਨਾ ਕਿ ਉਸ ਨੂੰ ਕਰਨਾ ਚਾਹੀਦਾ ਸੀ, ਅਤੇ ਪੂਰਨ ਧਾਰਨਾ ਬਣਾਉਣ ਵਾਲਾ ਹੋ ਕੇ ਹੈਕਲ ਤੋਂ ਹੇਠਾਂ ਆਪਣੇ ਆਪ ਨੂੰ ਡੇਗੇ, ਤਾਂ ਕਿ ਉਹ ਉਸ ਦਾ ਪਿਤਾ ਉਸ ਨੂੰ ਪਕੜੇ। ਸ਼ੈਤਾਨ ਨੇ ਚਾਹਿਆ ਸੀ ਕਿ ਸ਼ੈਤਾਨ ਆਪਣੇ ਆਪ ਨੂੰ ਇੱਕ ਅਚੰਭਾ ਕਰਕੇ ਵਾਲੇ ਵਜੋਂ ਵਿਖਾਏ, ਇਸ ਤਰ੍ਹਾਂ ਦਿਖਾਵਾ ਕਰਕੇ ਬਹੁਤ ਉਸ ਦੇ ਮਗਰ ਲੱਗਣ। ਪਰ ਪ੍ਰਭੂ ਕੋਲ ਤਾਂ ਪਹਿਲਾਂ ਹੀ ਤਲਵਾਰ ਸੀ, ਅਤੇ ਉਸ ਨੇ ਤਲਵਾਰਾਂ ਦੇ ਮਿਆਨ ਵੱਲ ਆਪਣਾ ਹੱਥ ਵਧਾਇਆ ਅਤੇ ਕਿਹਾ, ਲਿਖਿਆ ਹੈ ਭਾਈ ਕਿ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਨਾ ਪਰਤਿਆ, ਪਰਮੇਸ਼ਰ ਆਰੇ ਪੂਰਨ ਧਾਰਨਾ ਨਾ ਬਣਾ। ਇਹੋ ਹੀ ਹੈ ਜੋ ਅੱਜ ਸਾਨੂੰ ਸਿੱਖਣ ਦੀ ਜ਼ਰੂਰਤ ਹੈ ਕਿ ਇਹ ਇਸ ਤਰ੍ਹਾਂ ਨਹੀਂ ਹੈ। ਅਸੀਂ ਪਰਮੇਸ਼ਰ ਨਾਲ ਪੂਰਨ ਧਾਰਨਾ ਬਣਾਈ ਰੱਖਦੇ ਹਾਂ। ਜੇਕਰ ਯਿਸੂ ਜੀ ਆਪਣੇ ਖੁਦ ਦੇ ਪਿਤਾ ਨਾਲ ਇਹ ਨਹੀਂ ਕਰੇਗਾ, ਤਦ ਸਾਨੂੰ ਵੀ ਇਹ ਨਹੀਂ ਕਰਨਾ ਚਾਹੀਦਾ। ਕਿ ਆਪਨੇ ਕਦੇ ਇਸ ਤਰ੍ਹਾਂ ਆਖਿਆ ਹੈ, ਹੇ ਪ੍ਰਭੂ ਤੇਰੇ ਕੋਲ ਸਿਰਫ 2 ਹਫ਼ਤੇ ਹਨ, ਜੇਕਰ ਤੂੰ 2 ਹਫ਼ਤਿਆਂ ਦੇ ਅੰਦਰ ਅੰਦਰ ਇਹ ਨਾ ਕਰੇ ਤਦ ਇਹ ਖਤਮ ਹੋ ਜਾਵੇਗਾ। ਮੇਰੇ ਕੋਲ ਲੋਕ ਆ ਕੇ ਇਸ ਤਰ੍ਹਾਂ ਆਖ ਚੁੱਕੇ ਹਨ। ਜੀ ਹਾਂ, ਮੈਂ ਜਾਣਦਾ ਹਾਂ ਇਹ ਪਾਪ ਹੈ, ਪਰ ਫਿਰ ਵੀ ਅਸੀਂ ਇਹ ਕਰਨ ਜਾ ਰਹੇ ਹਾਂ। ਫਿਰ ਅਸੀਂ ਪਰਮੇਸ਼ਰ ਨੂੰ ਕਹਾਂਗੇ ਕਿ ਉਹ ਸਾਨੂੰ ਮਾਫ ਕਰ ਦੇਵੇ। ਪੂਰਨ ਧਾਰਨਾ। ਯਿਸੂ ਦੇ ਸਮੇਂ ਸਿਮੋਨ ਮੋਗਸ ਨਾਂ ਦੇ ਇੱਕ ਵਿਅਕਤੀ ਸੀ, ਜਿਸ ਨੇ ਇਹ ਸਿੱਧ ਕਰਨ ਦੀ ਪ੍ਰਤਿੱਗਿਆ ਕੀਤੀ ਸੀ ਕਿ ਉਹ ਮਸੀਹ ਹੈ ਅਤੇ ਉਹ ਹੈਕਲ ਤੋਂ ਹੇਠਾਂ ਡਿੱਗੇਗਾ, ਅਤੇ ਉਸ ਨੇ ਇਹ ਕੀਤਾ ਸੀ। ਉਸ ਦੇ ਡਿੱਗਣ ਵਿੱਚ ਕੁਝ ਵੀ ਗਲਤ ਨਹੀਂ ਸੀ, ਪਰ ਉਸ ਦੇ ਹੇਠਾਂ ਛੂਹਣ ਵਿੱਚ ਸਭ ਬੇਪ੍ਰਤੀਤੀ ਸੀ। ਉਹ ਪੂਰਨ ਧਾਰਨਾ ਰੱਖੜਾ ਸੀ। ਯਿਸੂ ਨੇ ਸ਼ੈਤਾਨ ਉੱਤੇ ਤਲਵਾਰ ਦੀ ਵਰਤੋਂ ਕੀਤੀ। ਪਰਮੇਸ਼ਰ ਨੂੰ ਨਾ ਪਰਤਿਆ, ਪਰਮੇਸ਼ਰ ਲਈ ਜਾਲ ਨਾ ਵਿਛਾ। ਪਰਮੇਸ਼ਰ ਅੱਗੇ ਇਹੋ ਜਿਹੀਆਂ ਸਥਿਤੀਆਂ ਨੂੰ ਨਾ ਖੜੀਆਂ ਕਰ, ਜਿਨ੍ਹਾਂ ਨੂੰ ਪਾਉਣ ਦਾ ਇਰਾਦਾ ਉਸਨੇ ਕਦੇ ਨਾ ਰੱਖਿਆ ਹੋਵੇ। ਸਾਨੂੰ ਕਦੇ ਵੀ ਪਰਮੇਸ਼ਰ ਨੂੰ ਸਾਡੇ ਸੇਵਕ ਹੋਣ ਲਈ ਨਹੀਂ ਆਖਣਾ ਚਾਹੀਦਾ। ਸਾਨੂੰ ਬਿਲਕੁਲ ਆਪਣੀ ਨੇਚਾ ਵਿੱਚ ਟੇਢੇ ਜਾਂ ਪੂਰਨ ਧਾਰਨਾ ਰੱਖਦੇ ਨਹੀਂ ਹੋਣਾ ਚਾਹੀਦਾ। ਯਿਸੂ ਜੀ ਸ਼ੈਤਾਨ ਦੇ ਹਮਲੇ ਨੂੰ ਹਰਾਉਣ ਲਈ ਠੀਕ ਸ਼ਬਦ ਦਾ ਇਸਤੇਮਾਲ ਕਰਨ ਬਾਰੇ ਪੂਰੀ ਤਰ੍ਹਾਂ ਜਾਣਦੇ ਸਨ। ਉਸਨੇ ਕਿਹਾ, ਪਰਮੇਸ਼ਰ ਨੂੰ ਨਾ ਪਰਤਿਆ, ਅਤੇ ਉਸ ਨੇ ਬਾਈਬਲ ਬਾਣੀ ਦੇ ਇੱਕ ਵਚਨ ਦਾ ਹਵਾਲਾ ਦਿੱਤਾ ਸੀ। ਕਿਸੇ ਨੇ ਇਹ ਆਖਿਆ ਸੀ, ਅਤੇ ਮੈਂ ਸੋਚਦਾ ਹਾਂ ਕਿ ਸਾਡੇ ਵਿੱਚੋਂ ਸਾਰਿਆਂ ਲਈ ਯਾਦ ਰੱਖਣ ਵਾਸਤੇ ਇਹ ਇੱਕ ਯੋਗ ਨਿਯਮ ਹੈ। ਅਚੰਭਿਆਂ ਵਿੱਚੋਂ ਵਿਸ਼ਵਾਸ ਕਰਨਾ ਬਿਲਕੁਲ ਠੀਕ ਹੈ, ਪਰ ਉਹਨਾਂ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰਨਾ ਬਿਲਕੁਲ ਗਲਤ ਹੈ। ਬਹੁਤ ਸਾਰੇ ਮਸੀਹੀ ਲੋਕ ਅੱਜ ਕੱਲ੍ਹ ਆਪਣੇ ਖੁਦ ਦੇ ਅਚੰਭਿਆਂ ਨੂੰ ਨਿਯਮਤ ਤੌਰ ਤੇ ਕਰਨ ਦੀ ਪੂਰਨ ਧਾਰਨਾ ਬਣਾਈ ਬੈਠੇ ਹਨ। ਮੈਂ ਇੱਕ ਵਿਚਾਰ ਤੁਹਾਡੇ ਨਾਲ ਵੰਡਣ ਦੀ ਖੁਆਇਸ਼ ਰੱਖਦਾ ਹਾਂ ਕਿ ਆਪਨੇ ਗੌਰ ਕੀਤਾ ਹੈ ਕਿ ਜਦੋਂ ਦੂਸਰੀ ਵਾਰ ਸ਼ੈਤਾਨ ਨੇ ਯਿਸੂ ਨੂੰ ਭਰਮਾਇਆ ਸੀ, ਤਦ ਉਸਨੇ ਖੁਦ ਬਾਈਬਲ ਦਾ ਹਵਾਲਾ ਦਿੱਤਾ ਸੀ। ਜਦੋਂ ਉਹ ਅਗਲੀ ਵਾਰ ਯਿਸੂ ਕੋਲ ਆਇਆ ਸੀ, ਤਦ ਉਸਨੇ ਪ੍ਰਭੂ ਨੂੰ ਆਖਿਆ ਸੀ, ਇਹ ਲਿਖਿਆ ਹੈ ਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਮਤੇ ਪੱਥਰਾਂ ਨਾਲ ਤੇਰੇ ਪੈਰਾਂ ਨੂੰ ਸੱਟ ਲੱਗੇ। ਇਹ ਜ਼ਬੂਰ 91 ਅਧਿਆਏ 11 ਔਰ 12 ਦੇ ਹਵਾਲੇ ਹਨ। ਕਦੇ ਇਸ ਨੂੰ ਪੜ੍ਹੋ। ਪੌਪ ਸ਼ੈਤਾਨ ਨੇ ਵਚਨ ਦੇ ਇਸ ਭਾਗ ਦਾ ਹਵਾਲਾ ਦਿੱਤਾ ਸੀ, ਪਰ ਉਸਨੇ ਇਸ ਨੂੰ ਗਲਤ ਦੱਸਿਆ ਸੀ। ਉਸਨੇ ਇਸ ਦਾ ਇੱਕ ਹਿੱਸਾ ਛੱਡ ਦਿੱਤਾ ਸੀ। ਉਹ ਤਾਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਭਾਈ ਤੇਰੇ ਸਾਰਿਆਂ ਰਾਹਾਂ ਵਿੱਚ ਤੇਰੀ ਰੱਖਿਆ ਕਰ। ਪਰ ਉਸਨੇ ਉਹ ਹਿੱਸਾ ਬਾਹਰ ਕੱਢ ਦਿੱਤਾ ਸੀ। ਉਸਨੇ ਇੱਕ ਭਾਗ ਬਾਹਰ ਕੱਢ ਦਿੱਤਾ ਸੀ ਜੋ ਪ੍ਰਭੂ ਨੂੰ ਉਹ ਨਿਸ਼ਚਿੰਤਾ ਦੇਣ ਵਾਲਾ ਸੀ ਕਿ ਉਹ ਭਾਵੇਂ ਕੁਝ ਵੀ ਕਰੇ, ਜਾਂ ਫਿਰ ਕਿਧਰੇ ਵੀ ਹੋਵੇ, ਜਾਂ ਫਿਰ ਕਿਸੇ ਵੀ ਸਥਿਤੀ ਵਿੱਚ, ਭਾਵੇਂ ਹੈਕਲ ਦੇ ਕਿੰਗਰੇ ਉੱਤੇ ਜਾਂ ਫਿਰ ਹੈਕਲ ਦੇ ਫਰਸ਼ ਉੱਤੇ, ਪਰਮੇਸ਼ਰ ਦਾ ਨਿਯਮ ਉਸ ਉੱਤੇ ਸੀ ਅਤੇ ਉਹ ਉਸ ਨੂੰ ਸੰਭਾਲੇਗਾ। ਉਸ ਨੇ ਇਹ ਭਾਗ ਬਾਹਰ ਰਹਿਣ ਦਿੱਤਾ ਸੀ ਅਤੇ ਸਿਰਫ ਉਸ ਭਾਗ ਦਾ ਹਵਾਲਾ ਦਿੱਤਾ ਸੀ ਜੋ ਉਸ ਲਈ ਚੰਗਾ ਸੀ। ਸ਼ੈਤਾਨ ਬਾਈਬਲ ਬਾਣੀ ਨੂੰ ਜਾਣਦਾ ਹੈ, ਪਰ ਉਸ ਦੀ ਤੋੜ ਮਰੋੜ ਦੀ ਭਾਵਨਾ ਹੈ।
ਤੀਸਰੇ ਪ੍ਰਤਿਆਵੇ ਉੱਤੇ ਗੌਰ ਕਰੋ, ਜੀਵਨ ਦੇ ਘਮੰਡ ਦਾ ਪ੍ਰਤਿਆਵਾ। ਫਿਰ ਸ਼ੈਤਾਨ ਉਹਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾਲ ਲੈ ਗਿਆ ਅਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਹਨਾਂ ਦਾ ਜਲੋ ਉਹਨੂੰ ਵਿਖਾਇਆ ਅਤੇ ਉਹਨੂੰ ਕਿਹਾ, ਜੇ ਤੂੰ ਨਿਆ ਕੇ ਮੈਨੂੰ ਮੱਥਾ ਟੇਕੇ ਤਾਂ ਇਹ ਸਭੇ ਕੁਝ ਮੈਂ ਤੈਨੂੰ ਦਿਆਂਗਾ। ਹੁਣ ਆਪ ਤਾਂ ਕਿ ਸ਼ੈਤਾਨ ਉੱਥੇ ਇਹ ਵਿਸ਼ਵਾਸ ਨਹੀਂ ਕਰ ਸਕਦਾ ਕਿ ਉਹ ਇਹ ਕੀ ਕਰ ਸਕਦਾ ਹੈ ਜਾਂ ਆਪਣੇ ਵਾਅਦੇ ਨੂੰ ਪੂਰਾ ਕਰਦਾ ਹੈ, ਪਰ ਇਹ ਨਾ ਭਾਲੋ ਕਿ ਉਹ ਇਸ ਜਗਤ ਦਾ ਰਾਜਕੁਮਾਰ ਹੈ। ਸ਼ੈਤਾਨ ਆਪਣੀ ਸ਼ਕਤੀ ਦਾ ਇਸਤੇਮਾਲ ਪ੍ਰਭੂ ਦੀ ਨਿੱਜੀ ਇੱਛਾ ਨੂੰ ਪ੍ਰਭਾਉਣ ਲਈ ਕਰ ਰਿਹਾ ਸੀ। ਪੌਪ ਜੀਵਨ ਦੇ ਘਮੰਡ ਨੂੰ ਉਹ ਆਖ ਰਿਹਾ ਸੀ ਕਿ ਨਤੀਜਾ ਹੀ ਮਾਇਨੇ ਰੱਖਦਾ ਹੈ। ਉਹ ਯਿਸੂ ਜੀ ਨੂੰ ਆਪਣੇ ਉਦੇਸ਼ ਦੀ ਪੂਰਤੀ ਲਈ ਕੋਈ ਆਸਾਨ ਰਸਤਾ ਅਪਣਾਉਣ ਲਈ ਉਤਸ਼ਾਹਿਤ ਕਰ ਰਿਹਾ ਸੀ। ਯਿਸੂ ਜੀ ਇਸ ਜਗਤ ਵਿੱਚ ਇੱਕ ਰਾਜ ਸਥਾਪਿਤ ਕਰਨ ਲਈ ਆਏ ਸਨ, ਪਰ ਸ਼ੈਤਾਨ ਆਪ ਰਿਹਾ ਸੀ ਉਹ ਉਸ ਆਤਮਿਕ ਰਾਜ ਦੀ ਬਜਾਏ ਜੋ ਤੂੰ ਸਥਾਪਿਤ ਕਰਨ ਆਇਆ ਸੀ, ਇਹ ਭੌਤਿਕ ਅਸਥਾਈ ਰਾਜ ਤੂੰ ਨਹੀਂ ਸਾਂਭ ਸਕਦਾ। ਤੂੰ ਸਲੀਬ, ਮੌਤ ਵਾਲੀ ਦੁਆਰਾ ਜੀ ਉੱਠਣ, ਮੁਕਤੀ ਅਤੇ ਛੁਟਕਾਰੇ ਬਾਰੇ ਭੁੱਲ ਕੇ ਬਸ ਨਿਯਤਮ ਦੁਆਰਾ ਆਪਣਾ ਰਾਜ ਕਿਉਂ ਨਹੀਂ ਲੈ ਲੈਂਦਾ ਅਤੇ ਇਸ ਦੇ ਆਤਮਿਕ ਨਜ਼ਰੀਏ ਨੂੰ ਪਰੇ ਕਰ। ਉਹ ਯਿਸੂ ਨੂੰ ਝਟਪਟ ਬਿਨਾਂ ਸਲੀਬ, ਮੌਤ, ਕਸ਼ਟ ਅਤੇ ਬਲੀਦਾਨ ਦੇ ਆਪਣੇ ਰਾਜ ਪ੍ਰਾਪਤ ਕਰਨ ਨੂੰ ਭਰਮਾ ਰਿਹਾ ਸੀ। ਇੱਕ ਵਾਰ ਫਿਰ ਯਿਸੂ ਜੀ ਤਲਵਾਰਾਂ ਦੇ ਮਿਆਨ ਨੂੰ ਹੱਥ ਪਾਉਂਦੇ ਹਨ ਅਤੇ ਪਰਮੇਸ਼ਰ ਦੇ ਕਥਨ ਨੂੰ ਕੱਢ ਕੇ ਆਖਦੇ ਹਨ, ਲਿਖਿਆ ਹੈ, ਭਾਈ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ। ਮੈਂ ਇਸ ਵਚਨ ਦੇ ਭਾਗ ਬਾਰੇ ਇੱਕ ਵਿਚਾਰ ਤੁਹਾਡੇ ਵੱਲ ਛੱਡਣਾ ਚਾਹੁੰਦਾ ਹਾਂ। ਇਸ ਸਾਰੇ ਪ੍ਰਤਿਆਵੇ ਦੇ ਅੰਤ ਵਿੱਚ 11 ਐਤ ਦੇ ਵਚਨ ਆਖਦੇ ਹਨ, ਤਦ ਸ਼ੈਤਾਨ ਨੂੰ ਉਹਨੂੰ ਛੱਡ ਗਿਆ। ਕੌਣ ਜਿੱਤਿਆ? ਯਿਸੂ ਜਿੱਤਿਆ। ਕੀ ਉਹ ਨਹੀਂ ਜਿੱਤਿਆ? ਉਸਨੇ ਆਤਮਾ ਦੀ ਤਲਵਾਰ ਦਾ ਇਸਤੇਮਾਲ ਕੀਤਾ ਜੋ ਪਰਮੇਸ਼ਰ ਦਾ ਵਚਨ ਹੈ। ਉਸਨੇ ਕਥਨਾਂ ਦਾ ਇਸਤੇਮਾਲ ਕੀਤਾ, ਪਰਮੇਸ਼ਰ ਦਾ ਕਥਨਾਂ ਦਾ, ਜਿਨ੍ਹਾਂ ਨੂੰ ਉਹ ਜਾਣਦਾ ਸੀ। ਯਾਕੂਬ ਦੀ ਪੁਸਤਕ ਵਿੱਚ ਬਾਈਬਲ ਆਖਦੀ ਹੈ, ਜੇਕਰ ਅਸੀਂ ਸ਼ੈਤਾਨ ਦਾ ਸਾਹਮਣਾ ਕਰੀਏ ਤਾਂ ਉਹ ਸਾਡੇ ਕੋਲੋਂ ਭੱਜ ਜਾਵੇਗਾ। ਅਸੀਂ ਸ਼ੈਤਾਨ ਦਾ ਸਾਹਮਣਾ ਕਰਨ ਦੀ ਆਸ ਕਿਵੇਂ ਕਰਦੇ ਹਾਂ? ਪਰਮੇਸ਼ਰ ਦੇ ਵਚਨ ਦੇ ਦੁਆਰਾ। ਰਾਏ ਸਟੈਡਮੈਨ ਕੋਲ ਇਸ ਬਾਰੇ ਸਾਡੇ ਲਈ ਇੱਕ ਸਹਾਇਕ ਸ਼ਬਦ ਸੀ, ਆਤਮਾ ਦੀ ਤਲਵਾਰ ਸਾਡੇ ਜੀਵਨਾਂ ਵਿੱਚ ਕਿਵੇਂ ਕਾਰਜ ਕਰਦੀ ਹੈ। ਉਸਨੇ ਆਖਿਆ ਸੀ, ਕਦੇ-ਕਦੇ ਜਦੋਂ ਆਪ ਬਾਈਬਲ ਬਾਣੀ ਦੇ ਕਿਸੇ ਭਾਗ ਨੂੰ ਪੜ੍ਹਦੇ ਹੋ ਤਦ ਅਚਾਨਕ ਹੀ ਉਹ ਸ਼ਬਦ ਜਾਗ ਪੈਂਦੇ ਹਨ ਅਤੇ ਸਰੀਰ ਦੇ ਸਾਰੇ ਅੰਗਾਂ ਉੱਤੇ ਉਹ ਅਧਿਕਾਰ ਲੈਂਦੇ ਹਨ ਅਤੇ ਉਹ ਪੰਨਿਆਂ ਉੱਤੇ ਕੁੱਦ ਕੇ ਤੁਹਾਡੇ ਉੱਤੇ ਆ ਪੈਂਦੇ ਹਨ ਅਤੇ ਉਹਨਾਂ ਨੂੰ ਅੱਖਾਂ ਲੱਗ ਜਾਂਦੀਆਂ ਹਨ ਅਤੇ ਉਹ ਸਾਰਾ ਦਿਨ ਤੁਹਾਡੇ ਪਿੱਛੇ ਪੈ ਰਹਿੰਦੇ ਹਨ, ਜਾਂ ਫਿਰ ਉਹ ਆਵਾਜ਼ ਬਣਾ ਲੈਂਦੇ ਹਨ ਜੋ ਤੁਹਾਡੇ ਕੰਮਾਂ ਦੇ ਅੰਦਰ ਉਦੋਂ ਤੱਕ ਗੂੰਜਦੀ ਰਹਿੰਦੀ ਹੈ ਜਦੋਂ ਤੱਕ ਆਪ ਉਸ ਤੋਂ ਦੂਰ ਨਹੀਂ ਹੋ ਸਕਦੇ। ਸ਼ਾਇਦ ਆਪ ਨੇ ਇਹ ਅਨੁਭਵ ਕਿਸੇ ਪ੍ਰਤਿਆਵੇ ਦੇ ਵਿੱਚ ਕੀਤਾ ਹੋਵੇ ਜਾਂ ਕਿਸੇ ਸ਼ੱਕ ਦੇ ਦੌਰਾਨ ਜਦੋਂ ਆਪ ਉੱਤੇ ਪੌਲੁਸ ਦੇ ਕਹਿਣ ਦੇ ਅਨੁਸਾਰ ਦੁਸ਼ਟ ਦੇ ਅਗਨਵਾਨ ਛੱਡੇ ਗਏ ਹੋਣ ਅਤੇ ਫਿਰ ਝਟਪਟ ਬਾਈਬਲ ਬਾਣੀ ਦਾ ਇੱਕ ਭਾਗ ਆਪ ਦੇ ਮਨ ਵਿੱਚ ਆਉਂਦਾ ਹੈ ਅਤੇ ਆਪ ਲਈ ਉਸ ਪ੍ਰਤਿਆਵੇ ਨੂੰ ਪਰੇ ਕਰਨ ਲਈ ਜ਼ਰੂਰੀ ਉੱਤਰ ਆਪ ਨੂੰ ਦਿੰਦਾ ਹੈ। ਜਾਂ ਫਿਰ ਸ਼ਾਇਦ ਆਪ ਨੂੰ ਕੋਈ ਸਵਾਲ ਪੁੱਛਿਆ ਗਿਆ ਹੋਵੇ ਜਿਸ ਨੇ ਅਚਾਨਕ ਹੀ ਆਪ ਨੂੰ ਘੇਰ ਲਿਆ ਸੀ ਅਤੇ ਆਪ ਇਹ ਆਖਣ ਹੀ ਵਾਲੇ ਸੀ ਕਿ ਮੈਂ ਨਹੀਂ ਜਾਣਦਾ, ਅਤੇ ਫਿਰ ਅਚਾਨਕ ਹੀ ਆਪ ਨੂੰ ਇੱਕ ਚਾਨਣ ਦਾ ਪਲ ਮਿਲਿਆ ਅਤੇ ਬਾਈਬਲ ਬਾਣੀ ਦਾ ਇੱਕ ਵਚਨ ਆਪ ਦੇ ਮਨ ਵਿੱਚ ਆਇਆ ਜਿਸ ਨੇ ਆਪ ਨੂੰ ਉਹ ਉੱਤਰ ਦਿੱਤਾ। ਸ਼ਾਇਦ ਇਹ ਅਨੁਭਵ ਆਪ ਨੂੰ ਉਦੋਂ ਪਾਇਆ ਜਦੋਂ ਆਪ ਕਿਸੇ ਮੀਟਿੰਗ ਵਿੱਚ ਬੈਠ ਰਹੇ ਸੀ ਜਿੱਥੇ ਕਿ ਕੋਈ ਸੰਦੇਸ਼ ਆਪ ਦੇ ਦਿਲ ਦੇ ਅੰਦਰ ਇੱਕ ਨਿਰਾਲੇ ਅਤੇ ਸ਼ਕਤੀਸ਼ਾਲੀ ਪ੍ਰਭਾਵ ਨਾਲ ਪਹੁੰਚਿਆ ਸੀ। ਆਪ ਪੂਰੀ ਤਰ੍ਹਾਂ ਹਿਲਾਏ ਗਏ ਸੀ ਅਤੇ ਉਸ ਘੜੀ ਆਪ ਨੇ ਇੱਕ ਗਹਿਰਾ ਅਤੇ ਸਥਾਈ ਸਮਰਪਣ ਕੀਤਾ ਸੀ ਜੋ ਪਰਮੇਸ਼ਰ ਦਾ ਕਥਨ ਹੈ। ਪਰਮੇਸ਼ਰ ਦੇ ਕਥਨ ਜੋ ਤੀਰਾਂ ਦੀ ਤਰ੍ਹਾਂ ਸਾਡੇ ਦਿਲ ਨੂੰ ਸੱਟ ਮਾਰਦੇ ਹਨ। ਇਹ ਕਿਤਾਬ ਪਰਮੇਸ਼ਰ ਦਾ ਰੇਮਾ ਨਹੀਂ ਹੈ, ਪਰ ਇਸ ਕਿਤਾਬ ਵਿੱਚ ਪਰਮੇਸ਼ਰ ਦੇ ਸਾਰੇ ਰੇਮਾ ਪਾਏ ਜਾਂਦੇ ਹਨ। ਮਨੁੱਖੋ ਅਤੇ ਔਰਤੋਂ ਆਪਣੀ ਤਲਵਾਰ ਨੂੰ ਤੇਜ਼ ਕਰਨ ਲਈ ਜਾਂ ਫਿਰ ਆਤਮਾ ਦੀ ਤਲਵਾਰ ਨਾਲ ਲੈਸ ਹੋਣ ਲਈ ਇਹ ਸਿੱਖੋ, ਪਰਮੇਸ਼ਰ ਦੇ ਉਹ ਰੇਮਾ ਕਥਨ ਕਿੱਥੇ ਹਨ। ਨਤੀਜਾ ਨੰਬਰ 1, ਇਹ ਸੱਚਾਈ ਪ੍ਰਚਾਰ ਦੀ ਸ਼ਕਤੀ ਦੀ ਵਿਆਖਿਆ ਕਰਦੀ ਹੈ। ਮੈਂ ਆਪ ਨੂੰ 3 ਤਰਜੀਹਾਂ ਦਿੰਦਾ ਹਾਂ। ਪਹਿਲੀ, ਕਿ ਇਹ ਸੱਚਾਈ ਤੁਹਾਡੇ ਲਈ ਪ੍ਰਚਾਰ ਦੀ ਸ਼ਕਤੀ ਨੂੰ ਬਿਆਨ ਕਰਦੀ ਹੈ। ਆਪ ਐਤਵਾਰ ਨੂੰ ਕਲੀਸਿਆ ਵਿੱਚ ਆਉਂਦੇ ਹੋ ਅਤੇ ਮੈਂ ਇੱਕ ਇਹੋ ਜਿਹੇ ਵਿਸ਼ੇ ਉੱਤੇ ਪ੍ਰਚਾਰ ਕਰਦਾ ਹਾਂ ਜਿਸ ਦਾ ਆਪ ਦੀ ਜ਼ਰੂਰਤ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੁੰਦਾ ਅਤੇ ਆਪ ਆਪਣੀ ਬਾਈਬਲ ਖੋਲ ਕੇ ਅਤੇ ਪਰਮੇਸ਼ਰ ਦੇ ਅੱਗੇ ਆਪਣਾ ਦਿਲ ਖੋਲ ਕੇ ਬੈਠਦੇ ਹੋ ਅਤੇ ਪਰਮੇਸ਼ਰ ਉਸ ਸੰਦੇਸ਼ ਵਿੱਚੋਂ ਇੱਕ ਤਲਵਾਰ ਦਾ ਇਸਤੇਮਾਲ
ਆਪ ਦੇ ਦਿਲ ਵਿੱਚ ਛੇਕਣ ਲਈ ਕਰਦਾ ਹੈ ਅਤੇ ਆਪ ਨੂੰ ਇੱਕ ਇਹੋ ਜਿਹੇ ਵਿਸ਼ੇ ਦੁਆਰਾ ਛੂੰਹਦਾ ਹੈ ਜੋ ਅਸਲ ਵਿੱਚ ਉਸ ਵਿਸ਼ੇ ਨਾਲ ਹੀ ਜੁੜਿਆ ਹੁੰਦਾ ਹੈ ਜੋ ਪ੍ਰਚਾਰ ਕੀਤਾ ਜਾਂਦਾ ਹੋਵੇ। ਮੈਂ ਹਮੇਸ਼ਾ ਹੀ ਉਸ ਤਰੀਕੇ ਨਾਲ ਹੈਰਾਨ ਹੁੰਦਾ ਹਾਂ ਜਿਸ ਦੇ ਅਨੁਸਾਰ ਮੈਂ ਵਿਸ਼ਵਾਸੀਆਂ ਨੂੰ ਪ੍ਰਚਾਰ ਕਰ ਸਕਦਾ ਹਾਂ ਅਤੇ ਫਿਰ ਅਚਾਨਕ ਹੀ ਕੋਈ ਆਉਂਦਾ ਹੈ ਅਤੇ ਆਪਣਾ ਦਿਲ ਯਿਸੂ ਮਸੀਹ ਨੂੰ ਦੇ ਦਿੰਦਾ ਹੈ। ਜੇਕਰ ਆਪ ਦਾ ਪਾਸਵਾਨ ਕੋਈ ਬਾਈਬਲ ਨੂੰ ਸਿਖਾਉਣ ਵਾਲਾ ਹੋਵੇ ਤਦ ਕਲੀਸਿਆ ਨੂੰ ਆਉਣ ਵਿੱਚ ਇਹ ਇੱਕ ਵੱਡੀ ਰੁਕਾਵਟ ਹੁੰਦੀ ਹੈ, ਕਿਉਂਕਿ ਇਹ ਤਾਂ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਕਿ ਉਹ ਮੰਚ ਉੱਤੇ ਖੜਾ ਹੋਵੇ ਅਤੇ ਤਲਵਾਰਾਂ ਨੂੰ ਹਰ ਪਾਸੇ ਚਲਾ ਰਿਹਾ ਹੋਵੇ ਅਤੇ ਉਹ ਹਰ ਥਾਂ ਇੱਧਰ ਉੱਧਰ ਉਡਾਰੀ ਮਾਰੀਆਂ ਹੋਣ। ਉਹਨਾਂ ਵਿੱਚ ਕੁਝ ਕੁ ਆਪ ਜਿੱਥੇ ਵੀ ਹੋਵੋ ਸੱਟ ਮਾਰਨ ਜਾ ਰਹੀਆਂ ਹਨ ਅਤੇ ਉਹ ਤੁਹਾਡੇ ਲਈ ਪਰਮੇਸ਼ਰ ਦਾ ਵਚਨ ਹੋਣ ਜਾ ਰਹੀਆਂ ਹਨ। ਆਪ ਦੇ ਦਿਲ ਲਈ ਪਰਮੇਸ਼ਰ ਦਾ ਕਥਨ, ਉਸ ਦੇ ਕਰਕੇ ਆਪ ਦਾ ਮਨ ਫਿਰਨ ਜਾ ਰਿਹਾ ਹੈ। ਇਸੇ ਕਰਕੇ ਅਸੀਂ ਆਪਣਾ ਧਿਆਨ ਪਰਮੇਸ਼ਰ ਦੇ ਵਚਨ ਦੇ ਪ੍ਰਚਾਰ ਉੱਤੇ ਕੇਂਦਰਿਤ ਕਰਨ ਜਾ ਰਹੇ ਹਾਂ, ਜਿੱਥੇ ਕਿ ਸ਼ਕਤੀ ਹੈ। ਇਹੋ ਹੀ ਹੈ ਜਿਸ ਦਾ ਇਸਤੇਮਾਲ ਪਰਮੇਸ਼ਰ ਜੀਵਨਾਂ ਨੂੰ ਬਦਲਣ ਲਈ ਕਰਦਾ ਹੈ। ਨੰਬਰ 2, ਇਹ ਸੱਚਾਈ ਬਾਈਬਲ ਨੂੰ ਨਿਯਮਿਤ ਤੌਰ ਤੇ ਪੜ੍ਹਨ ਦੇ ਅਨੁਸ਼ਾਸਨ ਨੂੰ ਉਤਸ਼ਾਹਿਤ ਕਰਦੀ ਹੈ। ਦੂਸਰੀ ਗੱਲ, ਇਹ ਸੱਚਾਈ ਸਿਰਫ ਪ੍ਰਚਾਰ ਦੀ ਸ਼ਕਤੀ ਦੀ ਵਿਆਖਿਆ ਹੀ ਨਹੀਂ ਕਰਦੀ, ਪਰ ਇਹ ਸੱਚਾਈ ਜਿਸ ਦਾ ਅਧਿਐਨ ਅਸੀਂ ਅੱਜ ਕੀਤਾ ਹੈ, ਇਸ ਨੂੰ ਸਾਡੇ ਅੰਦਰ ਬਾਈਬਲ ਨੂੰ ਨਿਯਮਿਤ ਤੌਰ ਤੇ ਪੜ੍ਹਨ ਦੇ ਅਨੁਸ਼ਾਸਨ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਮੈਂ ਅੱਜ ਆਪ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਪਰ ਬਸ ਮੈਨੂੰ ਇਹ ਆਖਣ ਦਿਓ, ਆਪ ਵਿੱਚੋਂ ਕੁਝ ਕੁ ਨੇ ਅਜੇ ਸਮੁੱਚੇ ਹਥਿਆਰ ਦੇ ਜ਼ਖੀਰੇ ਦਾ ਦੌਰਾ ਨਹੀਂ ਕੀਤਾ। ਆਪ ਹਥਿਆਰਾਂ ਦੇ ਇੱਕ ਨਵੇਂ ਜ਼ਖੀਰੇ ਅੰਦਰ ਹੋ, ਪਰ ਆਪ ਪੁਰਾਣੇ ਦੇ ਅੰਦਰ ਕਦੇ ਨਹੀਂ ਗਏ। ਆਪ ਆਖਦੇ ਹੋ, ਪਾਸਵਾਨ ਜਰਮੀਆ ਜੀ, ਮੈਂ ਤਾਂ ਲੇਬੀਆ ਦੀ ਪੋਥੀ ਵਿੱਚ ਖੋ ਚੁੱਕਾ ਹਾਂ, ਮੈਂ ਇਹ ਸਭ ਸਮਝਦਾ ਹਾਂ। ਅਤੇ ਆਪ ਮੈਨੂੰ ਆਖਣ ਜਾ ਰਹੇ ਹੋ, ਲੇਬੀਆ ਦੀ ਪੋਥੀ ਵਿੱਚ ਕੋਈ ਵੀ ਤਲਵਾਰਾਂ ਨਹੀਂ ਹਨ। ਅੱਗੇ ਆਓ, ਮੈਨੂੰ ਇਹ ਕਿਤਾਬ ਦਿਓ, ਪੜ੍ਹਨੀ ਚਾਹੀਦੀ ਹੈ। ਉਸ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਮੇਰੀ ਮਦਦ ਕਰ ਸਕੇ। ਕੀ ਆਪ ਜਾਣਦੇ ਹੋ ਕਿ ਪ੍ਰਭੂ ਨੇ ਆਪਣੀਆਂ 3 ਹੀ ਤਲਵਾਰਾਂ ਕਿੱਥੋਂ ਪਾਈਆਂ ਸਨ? ਉਸ ਨੇ ਉਹ ਸਭ ਬਬਿਸਤਾਸਾਰ ਦੀ ਪੋਥੀ ਵਿੱਚੋਂ ਪਾਈਆਂ ਸਨ। ਵਾਪਸ ਜਾ ਕੇ ਉਹਨਾਂ ਵਿੱਚੋਂ ਤੱਕੋ। ਪ੍ਰਭੂ ਦੁਆਰਾ ਇਸਤੇਮਾਲ ਕੀਤਾ ਗਿਆ ਹਰ ਇੱਕ ਤਲਵਾਰ ਜੋ ਸ਼ੈਤਾਨ ਦੇ ਵਿਰੁੱਧ ਸੀ, ਉਹ ਬਬਿਸਤਾਸਾਰ ਦੀ ਪੋਥੀ ਚੋਂ ਹੀ ਲਿਆ ਗਿਆ ਸੀ। ਦਾਨੀਏਲ ਅਤੇ ਯਸ਼ਾਇਆ ਨਬੀ ਨੂੰ ਛੱਡ ਕੇ ਬਬਿਸਤਾਸਾਰ ਦੀ ਪੁਸਤਕ ਸਾਰੇ ਪੁਰਾਣੇ ਨੇਮ ਵਿੱਚ ਸਭ ਤੋਂ ਵੱਧ ਪ੍ਰਸਿੱਧ ਪੁਸਤਕ ਹੈ। ਇਸ ਤਰ੍ਹਾਂ ਕਰੀਬ ਇਸ ਤਰ੍ਹਾਂ ਹੈ ਜਿਵੇਂ ਕਿ ਯਿਸੂ ਜੀ ਨੇ ਭਵਿੱਖ ਵਿੱਚ ਤੱਕਦਿਆਂ ਇਹ ਆਖਿਆ ਹੋਵੇ, ਮੈਂ ਇਸ ਪੋਥੀ ਉੱਤੇ ਆਪਣੀ ਬਰਕਤ ਰੱਖੀ ਹੋਈ ਹੈ। ਆਪਣੇ ਹਥਿਆਰਾਂ ਦੇ ਜ਼ਖੀਰੇ ਵਿੱਚੋਂ ਆਪਣੀਆਂ ਤਲਵਾਰਾਂ ਖਿੱਚੋ। ਜੇਕਰ ਆਪ ਬਾਈਬਲ ਨੂੰ ਸਮੁੱਚੇ ਤੌਰ ਤੇ ਨਹੀਂ ਪੜ੍ਹਦੇ ਤਦ ਆਪ ਬਹੁਤ ਸਾਰੀਆਂ ਅੱਛੀਆਂ ਤਲਵਾਰਾਂ ਤੋਂ ਵਾਂਝੇ ਰਹਿਣ ਜਾ ਰਹੇ ਹੋ। ਜੇਕਰ ਆਪ ਸਮੁੱਚੇ ਪੁਰਾਣੇ ਨੇਮ ਨੂੰ ਨਾ ਤੱਕੋ, ਬਹੁਤ ਸਾਰੀਆਂ ਮਹਾਨ ਤਲਵਾਰਾਂ ਨੂੰ ਕਦੇ ਨਹੀਂ ਪਾਓਗੇ। ਇਹ ਸਮੁੱਚੀ ਸੱਚਾਈ, ਇਹ ਮੂੰਹ ਜ਼ੁਬਾਨੀ ਯਾਦ ਕਰਨਾ ਅਤੇ ਪਰਮੇਸ਼ਰ ਦੀ ਇਸ ਬਾਣੀ ਨੂੰ ਪੜ੍ਹਨਾ ਬਹੁਤ ਹੀ ਜ਼ਰੂਰੀ ਹੈ। ਨੰਬਰ 3, ਸੱਚਾਈ ਪਰਮੇਸ਼ਰ ਦੀ ਬਾਣੀ ਦੇ ਮੁੱਖ ਭਾਗ ਨੂੰ ਮੂੰਹ ਜ਼ੁਬਾਨੀ ਯਾਦ ਕਰਨ ਦੀ ਸੂਝ-ਬੂਝ ਇਸ ਲਈ ਸਾਨੂੰ ਪ੍ਰੇਰਦੀ ਹੈ। ਤੀਸਰੀ ਗੱਲ ਇਹ ਹੈ ਕਿ ਸਾਰੇ ਆਵਾਮ ਲੋਕ ਅਤੇ ਹਰੇਕ ਜੋ ਬਾਈਬਲ ਦੇ ਬਚਨਾਂ ਨੂੰ ਮੂੰਹ ਜ਼ੁਬਾਨੀ ਯਾਦ ਕਰਨ ਵਿੱਚ ਮੋਹਰੀ ਹੈ, ਉਸ ਨੂੰ ਆਪਣਾ ਮਨ ਇਸ ਤਰ੍ਹਾਂ ਕਰਨ ਵਿੱਚ ਲਗਾਉਣਾ ਚਾਹੀਦਾ ਹੈ। ਇਹ ਸਾਨੂੰ ਪਰਮੇਸ਼ਰ ਦੀ ਬਾਣੀ ਦੇ ਮੁੱਖ ਭਾਗਾਂ ਨੂੰ ਮੂੰਹ ਜ਼ੁਬਾਨੀ ਯਾਦ ਕਰਨ ਦੀ ਦਿਲੀ ਇੱਛਾ ਲਈ ਪ੍ਰੇਰਨਾ ਦਿੰਦੀ ਹੈ। ਕੀ ਆਪ ਸਮਝ ਸਕਦੇ ਹੋ ਕਿ ਪ੍ਰਭੂ ਯਿਸੂ ਉਜਾੜ ਵਿੱਚ ਹੈ ਅਤੇ ਸ਼ੈਤਾਨ ਇੱਕ ਪ੍ਰਤਿਆਵੇ ਨੂੰ ਲੈ ਕੇ ਉਸ ਦੇ ਕੋਲ ਆਉਂਦਾ ਹੈ ਅਤੇ ਯਿਸੂ ਆਖ ਰਿਹਾ ਹੈ ਕਿ ਤੂੰ 1 ਮਿੰਟ ਰੋਕ ਸਕਦਾ ਹੈ ਜਦੋਂ ਤੱਕ ਮੈਂ ਆਪਣਾ ਸ਼ਬਦਕੋਸ਼ ਕੱਢ ਨਾ ਲਵਾਂ। ਠੀਕ ਇੱਥੇ ਹੀ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਹਨ। ਸਾਡੇ ਕੋਲ ਨਿਸ਼ਾਨੀਆਂ ਲੱਗੀਆਂ ਬਾਈਬਲਾਂ ਹਨ ਅਤੇ ਛੋਟੀਆਂ ਪੁਸਤਕਾਂ ਜੋ ਨਿਯਮਤਮ ਢੰਗ ਨਾਲ ਇਕੱਠੀਆਂ ਕੀਤੀਆਂ ਗਈਆਂ ਹਨ ਤਾਂ ਕਿ ਸਾਰੀਆਂ ਐਤਾਂ ਇੱਕ ਥਾਂ ਹੋਣ, ਕਿਉਂਕਿ ਅਸੀਂ ਆਪਣੇ ਹਥਿਆਰ ਦੇ ਜ਼ਖੀਰੇ ਵਿੱਚ ਚੰਗੀ ਤਰ੍ਹਾਂ ਜਾਣਦੇ ਹਾਂ ਉਹ ਤਲਵਾਰਾਂ ਕਿੱਥੇ ਹਨ। ਜ਼ਿਆਦਾਤਰ ਪ੍ਰਤਿਆਵੇ ਜੋ ਮੇਰੇ ਜੀਵਨ ਵਿੱਚ ਆਉਂਦੇ ਹਨ, ਉਹ ਮੇਰੇ ਉੱਤੇ ਉਦੋਂ ਨਹੀਂ ਆਉਂਦੇ ਜੋ ਮੈਂ ਹੱਥ ਵਿੱਚ ਬਾਈਬਲ ਲੈ ਕੇ ਟਹਿਲ ਕਰ ਰਹਾ ਹੋਵਾਂ। ਮੈਂ ਜ਼ਿਆਦਾਤਰ ਵੱਡੇ ਪ੍ਰਤਿਆਵੇ ਪ੍ਰਚਾਰ ਕਰਦਿਆਂ ਨਹੀਂ ਪਾਉਂਦਾ ਜਦੋਂ ਤੱਕ ਕਦੇ-ਕਦੇ ਆਪ ਦੇ ਪਿੱਛੇ ਪੈਣ ਵਾਲਾ ਪ੍ਰਤਿਆਵਾ ਨਾ ਹੋਵੇ। ਪਰ ਮੇਰੇ ਜੀਵਨ ਵਿੱਚ ਪ੍ਰਤਿਆਵੇ ਉਦੋਂ ਆਉਂਦੇ ਹਨ ਜੋ ਇਹ ਕਿਤਾਬ ਮੇਰੇ ਲਾਗੇ ਨਾ ਹੋਵੇ। ਇਸ ਕਰਕੇ ਮੈਨੂੰ ਲੋੜ ਹੈ ਕਿ ਮੈਂ ਉਹਨਾਂ ਤਲਵਾਰਾਂ ਨੂੰ ਆਪਣੇ ਮਨ ਵਿੱਚ ਟਿਕਾਈ ਰੱਖਾਂ। ਜਦੋਂ ਪ੍ਰਤਿਆਵਾ ਆਵੇ ਤਦ ਮੈਂ ਉਹਨਾਂ ਨੂੰ ਆਪਣੇ ਮਨ ਦੇ ਸਾਹਮਣੇ ਲਿਆ ਸਕਾਂ ਅਤੇ ਮੈਂ ਉਹਨਾਂ ਦਾ ਇਸਤੇਮਾਲ ਹਮਲੇ ਨੂੰ ਰੋਕਣ ਅਤੇ ਪ੍ਰਤਿਆਵੇ ਨੂੰ ਹਰਾਉਣ ਲਈ ਕਰ ਸਕਾਂ। ਪੌਲੁਸ ਦੇ ਇਫਸੀਆਂ ਨੂੰ ਇਹ ਲਿਖਦੇ ਵਕਤ ਉਸ ਭਾਵ ਇਹ ਸੀ, ਮਸੀਹ ਦਾ ਵਚਨ ਤੁਹਾਡੇ ਅੰਦਰ ਭਰਪੂਰੀ ਨਾਲ ਵਸਣ ਦਿਓ, ਪਰਮੇਸ਼ਰ ਦੀ ਸੱਚਾਈ ਨਾਲ ਭਰਪੂਰ ਹੋ ਜਾਓ, ਆਪਣੇ ਜੀਵਨ ਵਿੱਚ ਤਲਵਾਰਾਂ ਨੂੰ ਗੜ ਲਓ ਤਾਂ ਕਿ ਜਦੋਂ ਪ੍ਰਤਿਆਵੇ ਆਉਣ ਤਦ ਆਪ ਜਾਣਦੇ ਹੋ ਕਿ ਇਸ ਨਾਲ ਕੀ ਨਿਪਟਣਾ ਹੈ
ਅਸੀਂ ਇਹ ਵਾਰ-ਵਾਰ ਆਖਦੇ ਹਾਂ, ਪਰਮੇਸ਼ਰ ਦੇ ਵਚਨ ਦੀ ਸਥਾਪਿਤ ਅਧਿਐਨ ਕਰਨ ਤੋਂ ਬਿਨਾਂ ਆਪ ਅੱਜ ਖੜੇ ਨਹੀਂ ਹੋ ਸਕਦੇ। ਮੈਂ ਆਪਣੇ ਕੁਝ ਦੋਸਤਾਂ ਦੀ ਮਦਦ ਨਹੀਂ ਕਰ ਸਕਦਾ। ਹੈਰਾਨ ਜ਼ਰੂਰ ਹੁੰਦੇ ਹੋ ਜੋ ਵੱਡੀ ਮੁਸੀਬਤ ਵਿੱਚ ਹਨ। ਪਰਮੇਸ਼ਰ ਦੀ ਬਾਣੀ ਕਿੱਥੇ ਸੀ? ਉਹ ਤਲਵਾਰ ਕਿੱਥੇ ਸੀ ਜੋ ਉਸ ਸਮੇਂ ਆ ਕੇ ਉਸ ਹਮਲੇ ਨੂੰ ਰੋਕ ਸਕਦੀ ਸੀ ਅਤੇ ਉਸ ਦਿਸ਼ਾ ਵੱਲ ਵਧਣ ਤੋਂ ਰੋਕ ਸਕਦੀ ਸੀ ਜਿਸ ਵਿੱਚ ਉਹਨਾਂ ਨੂੰ ਨਹੀਂ ਸੀ ਜਾਣਾ ਚਾਹੀਦਾ। ਇਸ ਨੇ ਮੈਨੂੰ ਮੇਰੇ ਦਿਲ ਅਤੇ ਮਨ ਨੂੰ ਭਰਨ ਦੇ ਤਰੀਕੇ ਨਾਲ ਭਰਨ ਲਈ ਹੋਰ ਜ਼ਿਆਦਾ ਸਮਰਪਿਤ ਕਰ ਦਿੱਤਾ ਹੈ। ਸੱਚ ਦੱਸਾਂ, ਮੈਨੂੰ ਮਸੀਹ ਦੀ ਕਲੀਸਿਆ ਲਈ ਡਰ ਲੱਗਦਾ ਹੈ। ਜੇਕਰ ਅਸੀਂ ਆਪਣੇ ਜੀਵਨ ਅੰਦਰ ਪਰਮੇਸ਼ਰ ਦੀ ਬਾਣੀ ਨੂੰ ਹੋਰ ਜ਼ਿਆਦਾ ਗੰਭੀਰਤਾਈ ਨਾਲ ਨਹੀਂ ਲੈਂਦੇ। ਜਦੋਂ ਮੈਂ ਪਹਿਲਾਂ ਮਸੀਹ ਬਣਿਆ ਸੀ ਅਤੇ ਮਸੀਹਾਂ ਦੀ ਮਦਦ ਉਹਨਾਂ ਦੇ ਨਵੇਂ ਕੀਤੇ ਵਿਸ਼ਵਾਸ ਵਿੱਚ ਕਰਨ ਲੱਗਾ ਸੀ, ਤਦ ਕਿਸੇ ਨੇ ਮੈਨੂੰ ਕੁਝ ਸਮਝਾਇਆ ਜੋ ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ। ਆਪਣੇ ਸੱਜੇ ਹੱਥ ਨੂੰ ਆਪਣੇ ਚਿਹਰੇ ਦੇ ਸਾਹਮਣੇ ਉੱਚਾ ਕਰੋ, ਆਪਣੀਆਂ ਉਂਗਲਾਂ ਉੱਤੇ ਤੱਕੋ, ਬਾਈਬਲ ਨੂੰ ਪੜ੍ਹੋ, ਬਾਈਬਲ ਨੂੰ ਸੁਣੋ, ਬਾਈਬਲ ਦਾ ਅਧਿਐਨ ਕਰੋ, ਬਾਈਬਲ ਨੂੰ ਮੂੰਹ ਜ਼ਬਾਨੀ ਯਾਦ ਕਰੋ। ਆਪ ਕੋਲ ਇੱਕ ਬਾਕੀ ਅੰਗੂਠਾ ਬਾਈਬਲ ਉੱਤੇ ਧਿਆਨ ਕਰੋ। ਇਸ ਤਰ੍ਹਾਂ ਹੀ ਬਾਈਬਲ ਉੱਤੇ ਆਪਣੀ ਪਕੜ ਬਣਾਓ। ਕਿ ਆਪ ਪਰਮੇਸ਼ਰ ਦੀ ਬਾਣੀ ਉੱਤੇ ਆਪਣੀ ਪਕੜ ਬਣਾਉਣੀ ਚਾਹੁੰਦੇ ਹੋ? ਬਾਈਬਲ ਨੂੰ ਪੜ੍ਹੋ, ਬਾਈਬਲ ਨੂੰ ਸੁਣੋ, ਅਧਿਐਨ ਕਰੋ, ਬਾਈਬਲ ਨੂੰ ਯਾਦ ਕਰੋ, ਬਾਈਬਲ ਉੱਤੇ ਧਿਆਨ ਕਰੋ, ਬਾਈਬਲ ਉੱਤੇ ਆਪਣੀ ਪਕੜ ਬਣਾਓ। ਜੇਕਰ ਆਪ ਬਾਈਬਲ ਉੱਤੇ ਆਪਣੀ ਪਕੜ ਨਹੀਂ ਬਣਾਉਂਦੇ, ਤਦ ਆਪ ਕੋਲ ਤਲਵਾਰ ਨਹੀਂ ਹੈ। ਆਪ ਕੋਲ ਬਸ ਇਸ ਪੁਸਤਕ ਨੂੰ ਆਪਣੇ ਕੋਲ ਰੱਖਣ ਨਾਲ ਆਪ ਨੂੰ ਤਲਵਾਰ ਨਹੀਂ ਮਿਲ ਜਾਂਦੀ। ਇਹ ਉਹ ਤਲਵਾਰ ਨਹੀਂ ਹੈ, ਇਹ ਤਾਂ ਹਥਿਆਰ ਦਾ ਜ਼ਖੀਰਾ ਹੈ। ਆਪ ਤਲਵਾਰ ਲਈ ਆਪਣੀ ਪਕੜ ਉਦੋਂ ਬਣਾਉਂਦੇ ਹੋ ਜਦੋਂ ਆਪ ਬਾਈਬਲ ਨੂੰ ਪੜ੍ਹਦੇ ਹੋ, ਬਾਈਬਲ ਨੂੰ ਸੁਣਦੇ ਹੋ, ਬਾਈਬਲ ਦਾ ਅਧਿਐਨ ਕਰਦੇ ਹੋ, ਬਾਈਬਲ ਨੂੰ ਮੂੰਹ ਜ਼ਬਾਨੀ ਯਾਦ ਕਰਦੇ ਹੋ ਅਤੇ ਬਾਈਬਲ ਉੱਤੇ ਧਿਆਨ ਕਰਦੇ ਹੋ। ਅਤੇ ਸਾਰੇ ਸਿਪਾਹੀ ਆਖਦੇ ਹਨ, ਆਮੀਨ। ਦੋਸਤੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹੇ। ਅੱਜ ਅਸੀਂ ਪਰਮੇਸ਼ਵਰ ਦੇ ਦਾਸ ਡਾਕਟਰ ਡੇਵਿਡ ਯਰਮਾਇਆ ਦੇ ਨਾਲ ਆਤਮਿਕ ਯੁੱਧ ਦੀ ਲੜੀ ਦੇ ਵਿੱਚ ਆਤਮਾ ਦੀ ਤਲਵਾਰ ਬਾਰੇ ਸਿੱਖ ਰਹੇ ਸੀ। ਅਸੀਂ ਵੇਖਿਆ ਕਿ ਆਤਮਾ ਦੀ ਤਲਵਾਰ, ਜੋ ਕਿ ਪਰਮੇਸ਼ਵਰ ਦਾ ਵਚਨ ਹੈ, ਅਸਲ ਦੇ ਵਿੱਚ ਆਤਮਿਕ ਹਥਿਆਰਾਂ ਦਾ ਇੱਕ ਬਹੁਤ ਵੱਡਾ ਜ਼ਖੀਰਾ ਹੈ, ਜਿਸ ਦੇ ਵਿੱਚੋਂ ਅਸੀਂ ਵੱਖ-ਵੱਖ ਪਰਿਸਥਿਤੀ ਦੇ ਅਨੁਸਾਰ ਵੱਖ-ਵੱਖ ਹਥਿਆਰਾਂ ਦਾ ਇਸਤੇਮਾਲ ਕਰ ਸਕਦੇ ਹਾਂ। ਦੋਸਤੋ, ਸ਼ੈਤਾਨ ਸਾਨੂੰ 3 ਤਰੀਕਿਆਂ ਦੇ ਨਾਲ ਭਰਮਾਉਂਦਾ ਹੈ। ਉਹ 3 ਕੰਮ ਸਾਨੂੰ ਪਹਿਲਾ ਯਹੂਨਾ ਉਸਦੇ 2 ਅਧਿਆਇ ਦੀ 16 ਆਇਤ ਦੇ ਵਚਨਾਂ ਦੇ ਵਿੱਚ ਵਿਖਾਈ ਦਿੰਦੇ ਹਨ। ਪਹਿਲਾ, ਸਰੀਰ ਦੀ ਕਾਮਨਾ; ਦੂਜਾ, ਨੇਤਰਾਂ ਦੀ ਕਾਮਨਾ; ਅਤੇ ਤੀਜਾ, ਜੀਵਨ ਦਾ ਘਮੰਡ। ਇੱਥੇ ਗੌਰ ਕਰਨ ਵਾਲੀ ਗੱਲ ਹੈ ਕਿ ਸ਼ੈਤਾਨ ਨੇ ਇਹੋ ਚਾਲ ਅਦਨ ਦੇ ਬਾਗ ਵਿੱਚ ਆਦਮ ਔਰ ਹਵਾ ਨੂੰ ਭਰਮਾਉਣ ਦੇ ਲਈ ਚੱਲੀ ਸੀ ਅਤੇ ਉਸ ਦੇ ਵਿੱਚ ਉਹ ਕਾਮਯਾਬੀ ਹੋ ਗਿਆ ਸੀ। ਹੁਣ ਉਹ ਇਹੋ ਹਥਿਆਰ ਪ੍ਰਭੂ ਯਿਸੂ ਮਸੀਹ ਦੇ ਉੱਪਰ ਇਸਤੇਮਾਲ ਕਰ ਰਿਹਾ ਹੈ। ਦੂਜੇ ਸ਼ਬਦਾਂ ਦੇ ਵਿੱਚ ਅਸੀਂ ਵੇਖਿਆ ਕਿ ਜਦੋਂ ਸ਼ੈਤਾਨ ਯਿਸੂ ਜੀ ਨੂੰ ਭਰਮਾਉਣ ਲੱਗਾ ਤਾਂ ਯਿਸੂ ਜੀ ਨੇ ਪਰਮੇਸ਼ਰ ਦੇ ਵਚਨ ਦੇ ਹਥਿਆਰਾਂ ਦੇ ਜ਼ਖੀਰੇ ਤੋਂ ਉਹ ਤਲਵਾਰ ਕੱਢੀ, ਜਿਹਦੇ ਜ਼ਰੀਏ ਉਸਨੇ ਸ਼ੈਤਾਨ ਦੇ ਇਸ ਸਵਾਲ ਦਾ ਕਿ ਜੇਕਰ ਤੂੰ ਭੁੱਖਾ ਹੈ ਤਾਂ ਇਹਨਾਂ ਪੱਥਰਾਂ ਨੂੰ ਕਹਿ ਕਿ ਰੋਟੀ ਬਣ ਜਾਣ, ਜਵਾਬ ਦਿੰਦਿਆਂ ਕਿਹਾ ਕਿ ਮਨੁੱਖ ਸਿਰਫ ਰੋਟੀ ਤੋਂ ਜਿੰਦਾ ਨਹੀਂ ਰਹਿੰਦਾ, ਪਰ ਹਰੇਕ ਵਾਕ ਜਿਹੜਾ ਪਰਮੇਸ਼ਰ ਦੇ ਮੂੰਹੋਂ ਨਿਕਲਦਾ ਉਸ ਤੋਂ ਜਿੰਦਾ ਰਹਿੰਦਾ। ਇੱਥੇ ਸ਼ੈਤਾਨ ਨੇ ਸਰੀਰ ਦੀ ਕਾਮਨਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਯਿਸੂ ਜੀ ਦੇ ਉੱਤੇ ਹਮਲਾ ਕੀਤਾ, ਕਿਉਂਕਿ ਉਹ ਜਾਣਦਾ ਸੀ ਕਿ ਯਿਸੂ 40 ਦਿਨਾਂ ਤੋਂ ਭੁੱਖੇ ਹਨ। ਸ਼ੈਤਾਨ ਨੇ ਦੂਜਾ ਹਮਲਾ ਉਹਨੂੰ ਹੈਕਲ ਦੇ ਸਭ ਤੋਂ ਉੱਚੇ ਸਥਾਨ ਦੇ ਉੱਤੇ ਖੜਾ ਕਰਕੇ ਕੀਤਾ। ਪਹਿਲੇ ਪਰਤਾਵੇ ਵਿੱਚ ਪ੍ਰਭੂ ਯਿਸੂ ਜੀ ਨੇ ਆਪਣੇ ਲਈ ਕੁਝ ਨਹੀਂ ਕੀਤਾ। ਦੂਜੇ ਪਰਤਾਵੇ ਵਿੱਚ ਸ਼ੈਤਾਨ ਚਾਹੁੰਦਾ ਸੀ ਕਿ ਜੇਕਰ ਯਿਸੂ ਆਪਣੇ ਲਈ ਚਮਤਕਾਰ ਨਹੀਂ ਕਰਨਾ ਚਾਹੁੰਦਾ, ਪਰਮੇਸ਼ਰ ਉਸ ਦੇ ਲਈ ਚਮਤਕਾਰ ਕਰੇ। ਉਸਨੇ ਹਮਲਾ ਕਰਦੇ ਹੋਏ ਕਿਹਾ ਕਿ ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਤੂੰ ਆਪਣੇ ਆਪ ਨੂੰ ਹੇਠਾਂ ਡੇਗ ਦੇ, ਕਿਉਂਕਿ ਲਿਖਿਆ ਹੈ ਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਉਹ ਤੈਨੂੰ ਹੱਥੋਂ ਹੱਥ ਚੁੱਕ ਲੈਣਗੇ ਤਾਂ ਜੋ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਨਾ ਲੱਗੇ। ਯਿਸੂ ਜੀ ਨੇ ਫਿਰ ਵਚਨ ਦੀ ਮਿਆਨ ਵਿੱਚੋਂ ਇੱਕ ਹੋਰ ਤਲਵਾਰ ਖਿੱਚੀ ਅਤੇ ਉਸ ਦਾ ਇਸਤੇਮਾਲ ਕਰਦੇ ਹੋਏ ਕਿਹਾ, ਲਿਖਿਆ ਹੈ ਕਿ ਤੂੰ ਆਪਣੇ ਪਰਮੇਸ਼ਰ ਨੂੰ ਨਾ ਪਰਤਾ। ਸ਼ੈਤਾਨ ਦਾ ਯਿਸੂ ਜੀ ਦੇ ਉੱਤੇ ਕੀਤਾ ਗਿਆ ਇਹ ਹਮਲਾ ਨੇਤਰਾਂ ਦੀ ਕਾਮਨਾ ਦੀ ਪਰਿਸਥਿਤੀਆਂ ਨੂੰ ਇਸਤੇਮਾਲ ਕਰਦੇ ਹੋਏ ਕੀਤਾ ਗਿਆ। ਤੀਜੇ ਪਰਤਾਵੇ ਦੇ ਉੱਤੇ ਗੌਰ ਕਰੋ।
ਇਹ ਜੀਵਨ ਦੇ ਘਮੰਡ ਦਾ ਪ੍ਰਤਾਵਾ ਸੀ। ਸ਼ੈਤਾਨ ਯਿਸੂ ਜੀ ਨੂੰ ਸੰਸਾਰ ਦਾ ਸਾਰਾ ਵੈਭਵ ਅਤੇ ਸਾਰੀ ਪਾਤਸ਼ਾਹੀਆਂ ਨੂੰ ਵਿਖਾਉਂਦੇ ਹੋਏ ਉਸ ਦੇ ਉੱਤੇ ਹਮਲਾ ਕਰਦਾ ਹੈ ਅਤੇ ਯਿਸੂ ਜੀ ਨੂੰ ਕਹਿੰਦਾ ਹੈ ਕਿ ਜੇ ਤੂੰ ਝੁਕ ਕੇ ਮੇਰੇ ਅੱਗੇ ਮੱਥਾ ਟੇਕੇ ਤਾਂ ਮੈਂ ਸਭ ਕੁਝ ਤੈਨੂੰ ਦੇ ਦਿਆਂਗਾ। ਦੋਸਤੋ, ਯਿਸੂ ਜੀ ਨੇ ਕੀ ਕੀਤਾ? ਉਸਨੇ ਫਿਰ ਪਰਮੇਸ਼ਰ ਦਾ ਵਚਨ ਜੋ ਕਿ ਆਤਮਾ ਦੀ ਤਲਵਾਰ ਹੈ ਉਸ ਦਾ ਇਸਤੇਮਾਲ ਕੀਤਾ ਅਤੇ ਸ਼ੈਤਾਨ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਲਿਖਿਆ ਹੈ ਭਈ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ। ਇਸ ਤੋਂ ਬਾਅਦ ਲਿਖਿਆ ਹੈ ਕਿ ਸ਼ੈਤਾਨ ਉਸ ਨੂੰ ਛੱਡ ਕੇ ਚਲਿਆ ਗਿਆ। ਦੋਸਤੋ, ਸਾਨੂੰ ਉਮੀਦ ਹੈ ਕਿ ਆਤਮਾ ਦੀ ਤਲਵਾਰ ਦਾ ਇਹ ਵਿਸ਼ਾ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ। ਤਾਂ ਫਿਰ ਦੋਸਤੋ, ਫੈਸਲਾ ਕਰੋ ਕਿ ਅਸੀਂ ਆਤਮਾ ਦੀ ਤਲਵਾਰ ਜੋ ਕਿ ਪਰਮੇਸ਼ਰ ਦਾ ਵਚਨ ਹੈ ਇਸ ਨੂੰ ਚਲਾਉਣ ਦਾ ਰੋਜ਼ ਅਭਿਆਸ ਕਰਾਂਗੇ ਤਾਂ ਕਿ ਅਸੀਂ ਆਪਣੇ ਆਪਣੇ ਆਤਮਿਕ ਖੇਤਰਾਂ ਦੇ ਵਿੱਚ ਸ਼ੈਤਾਨ ਦੇ ਉੱਤੇ ਜਿੱਤ ਪ੍ਰਾਪਤ ਕਰ ਸਕੀਏ। ਆਓ ਪ੍ਰਾਰਥਨਾ ਦੇ ਨਾਲ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਸਾਡੇ ਸਰਵਸ਼ਕਤੀਮਾਨ ਜਿੰਦਾ ਪਰਮੇਸ਼ਰ, ਅਸੀਂ ਤੁਹਾਡਾ ਧੰਨਵਾਦ ਕਰਦੇ ਪਿਤਾ ਕਿ ਅੱਜ ਅਸੀਂ ਤੁਹਾਡੇ ਸ਼ਸਤਰ ਬਾਰੇ ਜਾਣ ਸਕੇ। ਇਸ ਤੋਂ ਪਹਿਲਾਂ ਪ੍ਰਭੂ ਜੀ ਜਿੰਨੀ ਵੀ ਅਸੀਂ ਪ੍ਰਭੂ ਜੀ ਚਰਚਾ ਕੀਤੀ ਉਸ ਦੇ ਵਿੱਚ ਅਸੀਂ ਤੇਰੇ ਬਸਤਰਾਂ ਦੇ ਬਾਰੇ ਸਿੱਖਿਆ, ਉਹ ਸਾਰੇ ਜਿਹੜੇ ਅਸੀਂ ਸਰੀਰ ਤੇ ਧਾਰਨ ਕਰਨੇ ਸੀ। ਪਰ ਅੱਜ ਤੁਸੀਂ ਪਿਤਾ ਪਰਮੇਸ਼ਰ ਸਾਨੂੰ ਸ਼ਸਤਰ ਬਾਰੇ ਸਿਖਾਇਆ ਜੋ ਕਿ ਆਤਮਾ ਦੀ ਤਲਵਾਰ ਹੈ, ਜਿਸ ਦਾ ਅਸੀਂ ਇਸਤੇਮਾਲ ਹਮਲਾ ਕਰਨ ਵਾਸਤੇ ਕਰਦੇ ਹਾਂ। ਪ੍ਰਭੂ ਜੀ, ਅਸੀਂ ਅੱਜ ਆਪਣੇ ਪ੍ਰੋਗਰਾਮ ਦੇ ਵਿੱਚ ਯਿਸੂ ਮਸੀਹ ਜੀ ਦੇ ਉਦਾਹਰਨ ਤੋਂ ਦੇਖਿਆ ਕਿ ਉਹਨਾਂ ਨੇ ਪ੍ਰਭੂ ਜੀ ਤੁਹਾਡੇ ਵਚਨ ਦੀ ਤਲਵਾਰ ਦਾ ਕਿਸ ਤਰ੍ਹਾਂ ਇਸਤੇਮਾਲ ਕੀਤਾ। ਉਹਨਾਂ ਨੇ ਨਾ ਸਿਰਫ ਸ਼ੈਤਾਨ ਦੇ ਹਮਲਿਆਂ ਨੂੰ ਨਾਕਾਮ ਕੀਤਾ ਬਲਕਿ ਸ਼ੈਤਾਨ ਦੇ ਉੱਤੇ ਉਲਟਾ ਹਮਲਾ ਵੀ ਕੀਤਾ ਅਤੇ ਉਹਨੂੰ ਹਰਾ ਦਿੱਤਾ, ਜਿਸ ਕਰਕੇ ਉਹ ਯਿਸੂ ਮਸੀਹ ਨੂੰ ਛੱਡ ਕੇ ਭੱਜ ਗਿਆ। ਪਿਤਾ, ਸਾਨੂੰ ਆਪਣੀ ਬਰਕਤ ਦਿਓ, ਆਪਣੀ ਬੁੱਧ ਬਖਸ਼ੋ ਕਿ ਅਸੀਂ ਆਤਮਾ ਦੇ ਇਸ ਹਥਿਆਰ ਦਾ, ਇਸ ਤਲਵਾਰ ਦਾ ਬਹੁਤ ਅੱਛੇ ਤਰੀਕੇ ਨਾਲ ਇਸਤੇਮਾਲ ਕਰਨਾ ਸਿੱਖੀਏ। ਪ੍ਰਭੂ, ਸਾਡੇ ਉੱਤੇ ਕਿਰਪਾ ਕਰੋ ਕਿ ਅਸੀਂ ਆਪਣਾ ਸਮਾਂ ਤੁਹਾਡੇ ਵਚਨ ਨੂੰ ਪੜ੍ਹਨ ਵਿੱਚ ਦੇ ਸਕੀਏ। ਸਾਡੀ ਜੋ ਵੀ ਕਮੀਆਂ ਹਨ ਉਹਨਾਂ ਨੂੰ ਦੂਰ ਕਰੋ। ਸਾਡੇ ਦਰਸ਼ਕ ਜਿਹੜੇ ਸਾਡੇ ਇਸ ਵਚਨ ਨੂੰ ਸਿੱਖ ਰਹੇ ਹਨ ਉਹਨਾਂ ਦੇ ਜੀਵਨਾਂ ਦੇ ਵਿੱਚ ਅਦਭੁਤ ਕੰਮ ਕਰੋ। ਹੋਣ ਦਿਓ ਕਿ ਤੁਹਾਡਾ ਇਹ ਵਚਨ ਉਹਨਾਂ ਦੇ ਜੀਵਨਾਂ ਦੇ ਵਿੱਚ 30 ਗੁਣਾ, 60 ਗੁਣਾ ਔਰ 100 ਗੁਣਾ ਫਲ ਲੈ ਕੇ ਆਏ। ਧੰਨਵਾਦ ਕਰਦੇ ਪ੍ਰਭੂ ਜੀ ਸਾਡੇ ਅੱਜ ਦੇ ਪ੍ਰੋਗਰਾਮ ਵਾਸਤੇ। ਯਿਸੂ ਨਾਸਰੀ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।